ਉਹਨਾਂ ਦੇ ਬਿਲਕੁਲ ਵਿਪਰੀਤ ਕਰ ਰਹੇ ਹਾਂ ਅਸੀਂ ਇਹਨਾਂ ਧਾਰਮਿਕ ਸਥਾਨਾਂ ਜੋ ਵੀ ਕਰ ਰਹੇ ਹਾਂ। ਜਿੱਦਾਂ ਤੁਸੀਂ ਹੋਸ਼ 'ਚ ਆ ਜਾਓਗੇ ਇਹਨਾਂ ਧਾਰਮਿਕ ਸਥਾਨਾਂ 'ਤੇ ਇੱਕ ਪਲ ਨਹੀਂ ਟਿਕਾਉਂਗੇ, ਇੱਕ ਪਲ ਵੀ ਬੈਠ ਨਹੀਂ ਪਾਓਗੇ, ਮੇਰੀ ਸ਼ਰਤ। ਤਾਂ ਹੀ ਸਾਡੇ ਸੰਤਾਂ ਨੇ ਕਿਹਾ ਕਿ ਉੱਥੇ ਚੋਰ ਬਜ਼ਾਰੀ ਲੱਗੀ ਹੋਈ, ਉੱਥੇ ਠੱਗ ਬੈਠੇ ਨੇ, ਰੋਬਦਾਰ ਬੈਠੇ ਨੇ ਦਰਵਾਜ਼ੇ 'ਤੇ, ਕਿ ਉੱਥੇ ਇੱਕ ਸੱਚੇ ਦੇ ਲਈ ਕੋਈ ਐਂਟਰੀ ਨਹੀਂ ਕਿ ਉਹ ਬੋਲ ਸਕੇ ਉੱਥੇ ਜਾ ਕੇ। ਉੱਥੇ ਉਹਨਾਂ ਦੇ ਸੰਤ ਦੀ, ਉਹਨਾਂ ਦੇ ਹੀ ਗੁਰੂ ਦੀ ਕੋਈ ਵਿਆਖਿਆ ਕਰ ਸਕੇ, ਉਹ ਵੀ ਨਹੀਂ ਕਰ ਸਕਦਾ, ਕਿਉਂਕਿ ਉਹ ਉਹਨਾਂ ਦੇ ਵਿਪਰੀਤ ਖੜੇ ਨੇ। ਕਹਿੰਦੇ ਨੂੰ ਕਹਿ ਰਹੇ ਕਿ ਅਸੀਂ ਸਾਡਾ ਗੁਰੂ ਆ, ਸਾਡਾ ਪਿਓ ਆ, ਸਾਡਾ ਜੇ, ਪਰ ਖੜੇ ਉਹਨਾਂ ਦੇ ਵਿਪਰੀਤ ਤੇ। ਦੂਸਰਾ ਰਹਿਦਾਸ ਸਾਹਿਬ ਜੀ ਅੱਗੇ ਸਾਨੂੰ ਭਗਤੀ ਬਾਰੇ ਹੋਰ ਸਮਝਾ ਰਹੇ ਨੇ ਕਿ ਭਗਤੀ ਨਾ ਜਿਉਂ ਸਭ ਕੁਝ ਕਾਨੀ ਗਵਾਏ। ਸੰਤ ਰਹਿਦਾਸ ਸਾਹਿਬ ਜੀ ਕਹਿੰਦੇ ਨੇ ਕਿ ਫਿਰ ਇਨਸਾਨ ਇਸੇ ਧੋਖੇ 'ਚ ਰਹਿੰਦਾ ਕਿ ਮੈਂ ਆਪਣੇ ਕੁਲ ਨੂੰ ਛੱਡ ਦਿੱਤਾ, ਕੁਲ ਕਾਨੀ ਗਵਾਈ। ਲੋਕ ਸੋਚਦੇ ਕਿ ਮੈਂ ਆਪਣਾ ਘਰ ਛੱਡ ਦਿੱਤਾ, ਮੈਂ ਵਿਆਹ ਨਹੀਂ ਕਰਾਇਆ, ਮੈਂ ਵਿਸ਼ੇਸ਼ ਤਰ੍ਹਾਂ ਦੇ ਕੱਪੜੇ ਪਹਿਨ ਕੇ ਰਹਿੰਦਾ, ਇੱਕ ਜਗ੍ਹਾ 'ਤੇ ਰਹਿੰਦਾ, ਡੇਰੇ 'ਚ, ਆਸ਼ਰਮ 'ਚ, ਇੱਕ ਕਿਸੇ ਕੁਟੀਆ 'ਚ ਜਗ੍ਹਾ 'ਤੇ ਰਹਿੰਦਾ। ਅਤੇ ਉਸ ਨਾਲ ਉਹਨਾਂ ਨੂੰ ਬਹੁਤ ਹੰਕਾਰ ਹੋ ਜਾਂਦਾ ਕਿ ਮੈਂ ਤਿਆਗੀ ਹਾਂ, ਮੈਂ ਆਪਣੇ ਕੁਲ ਨੂੰ ਤਿਆਗ ਦਿੱਤਾ। ਉਹ ਕਹਿੰਦੇ ਇਹ ਭਗਤੀ ਨਹੀਂ, ਇਹ ਤਾਂ ਤੈਨੂੰ ਛੱਡਣੇ ਦਾ ਤੂੰ ਹੋਰ ਵੀ ਹੰਕਾਰ ਕਰ ਲਿਆ, ਤਿਆਗਣੇ ਦਾ ਹੰਕਾਰ 'ਚ ਫਸ ਗਿਆ ਤੂੰ। ਉਹ ਕਹਿੰਦਾ ਭਗਤੀ ਤਿਆਗਣਾ ਵੀ ਨਹੀਂ ਹੈ। ਸਾਡੇ ਰਹਿਦਾਸ ਸਾਹਿਬ ਜੀ ਕਹਿ ਰਹੇ ਨੇ ਭਗਤੀ ਤਿਆਗਣਾ ਵੀ ਨਹੀਂ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਤਿਆਗਣਾ ਨਹੀਂ ਪੈਂਦਾ, ਜਦੋਂ ਉੱਥੇ ਸਮਝ ਆ ਜਾਂਦੀ ਆ ਆਪਣੇ ਆਪ ਹੀ ਛੁੱਟ ਜਾਂਦਾ। ਫਲ ਪੱਕ ਗਿਆ, ਡਿੱਗ ਗਿਆ, ਪੱਤਾ ਸੁੱਕ ਗਿਆ, ਡਿੱਗ ਗਿਆ, ਦਰੱਖਤ ਦਾ ਛਿੱਲੜ ਵੀ ਹੁੰਦਾ, ਸੁੱਕ ਜਾਂਦਾ, ਆਪਣੇ ਆਪ ਹੀ ਲੱਗ ਥੱਲੇ ਹੋ ਜਾਂਦਾ, ਡਿੱਗ ਜਾਂਦਾ। ਕੁਛ ਛੱਡਣਾ ਨਹੀਂ, ਕੁਛ ਦਾਨ ਨਹੀਂ, ਕੁਛ ਕਰਨਾ ਨਹੀਂ, ਬਸ ਸਹਿਜ ਹੋ ਜਾਓ, ਸਵੀਕਾਰ ਕਰ ਲਓ ਇਸ ਝੂਠ ਸੱਚ ਦੇ ਨੂੰ ਖੁੱਲ੍ਹੀਆਂ ਅੱਖਾਂ ਨਾਲ ਦੇਖ ਕੇ। ਪਰ ਉਹ ਕਰਨਾ ਨਹੀਂ ਅਸੀਂ ਚਾਹੁੰਦੇ। ਰਹਿਦਾਸ ਸਾਹਿਬ ਜੀ ਕਹਿੰਦੇ ਬਾਹਰਲਾ ਤਿਆਗ ਤਾਂ ਕਰਨਾ ਆਸਾਨ ਆ, ਬਾਹਰੋਂ ਕੱਪੜੇ ਬਦਲ ਲੈਣੇ, ਕਿਸੇ ਜਗ੍ਹਾ 'ਤੇ ਜਾ ਕੇ ਸਪੈਸ਼ਲ ਬੈਠ ਜਾਣਾ, ਸਭ ਦੀ ਨਜ਼ਰ ਇੱਕਦਮ ਉੱਥੇ ਚੱਲ ਜਾਂਦੀ ਹੈ ਨਾਲ ਹੀ ਕਿ ਦੇਖੋ ਬਾਬਾ। ਕਿੰਨੀ ਜਲਦੀ ਲੋਕ ਯਕੀਨ ਮੰਨ ਲੈਂਦੇ ਆ ਉਸ ਵਿੱਚ ਦੇਖ ਕੇ, ਕਿਉਂਕਿ ਸਾਡੇ ਮਨ 'ਚ ਇੱਕ ਛਵੀ ਬਣ ਗਈ ਹੈ ਕਿ ਇਸ ਤਰ੍ਹਾਂ ਦੇ ਕੱਪੜੇ ਪਾਏ ਹੋਣਗੇ ਤਾਂ ਉਹ ਸੰਤ ਹੁੰਦਾ, ਬਾਬਾ ਹੁੰਦਾ ਹੈ, ਅਤੇ ਸਪੈਸ਼ਲ ਜਗ੍ਹਾ 'ਤੇ ਰਹਿੰਦਾ। ਫਿਰ ਇਸ ਤਰ੍ਹਾਂ ਸਾਡੇ ਮਨ 'ਚ ਇਹ ਪਹਿਲੇ ਧਾਰਨਾਵਾਂ ਬਣੀਆਂ ਹੋਈਆਂ ਕਹਿੰਦੇ। ਅਤੇ ਇਹ ਸਭ ਭਗਤੀ ਨਹੀਂ, ਉਹ ਕਹਿੰਦੇ ਕਿ ਆਪਣੇ ਕੁਲ ਨੂੰ ਤਿਆਗ ਦਿੱਤਾ। ਭਗਤੀ ਨਾ ਜਿਉਂ ਸਭ ਕੁਛ ਕਾਨੀ ਗਵਾਈ। ਅਤੇ ਤਿਆਗ ਨੂੰ ਭਗਤੀ ਨਹੀਂ ਉਹ ਕਹਿ ਰਹੇ। ਫਿਰ ਤੁਸੀਂ ਹੋਸ਼ ਨਾਲ ਜੇ ਦੇਖੋ ਅੱਜ ਕੱਲ੍ਹ ਜੋ ਹੋ ਰਿਹਾ ਕਿ ਅੱਜ ਦਾ ਸਾਧੂ ਸੰਤ ਇੱਕ ਕੱਪੜੇ ਨਹੀਂ ਬਦਲਦਾ, ਉਹ ਉਸੇ ਜ਼ਮਾਨੇ ਦੇ ਲੈ ਕੇ ਚੱਲਦਾ ਜਦੋਂ ਦੇ ਸੀਗੇ, ਪਰ ਬਾਕੀ ਸਾਰੀਆਂ ਚੀਜ਼ਾਂ ਬਦਲ ਲੈਂਦਾ, ਆਪਣੀਆਂ ਸਾਰੀਆਂ ਚੀਜ਼ਾਂ ਇਸਤੇਮਾਲ ਕਰਦਾ, ਬੜੀਆਂ ਵੱਡੀਆਂ ਗੱਡੀਆਂ 'ਚ ਘੁੰਮਦਾ, ਹੈਲੀਕਾਪਟਰਾਂ 'ਚ ਘੁੰਮਦਾ, ਫੋਨ, ਲੈਪਟੋਪ, ਘੜੀਆਂ, ਵਿਦੇਸ਼ ਦੀਆਂ ਯਾਤਰਾਵਾਂ, ਸੋਨੇ ਚਾਂਦੀ ਦੇ ਮਹਿਲਾਂ ਦੇ ਵਿੱਚ ਬਹਿੰਦਾ, ਬੜੇ ਬੜੀਆਂ ਕੁਰਸੀਆਂ 'ਤੇ ਬੈਠਦਾ, ਸਿੰਗਰ ਬੁਲਾ ਕੇ, ਬੈਂਡ ਬਾਜੇ ਬੁਲਾ ਕੇ ਗਾਣੇ ਚੱਲਦੇ ਆ, ਪੂਰਾ ਸ਼ਾਦੀਆਂ ਵਾਲਾ ਮਾਹੌਲ ਹੁੰਦਾ, ਗੱਡੀ ਇਸ ਤਰ੍ਹਾਂ ਸਜਾਈ ਜਾਂਦੀ ਜਿੱਦਾਂ ਦੁੱਲੇ ਦੀ ਸਜਾਈ ਜਾਂਦੀ ਵਿਆਹਾਂ ਦੇ ਵਿੱਚ, ਨੋਟਾਂ ਦੇ ਹਾਰ, ਫੁੱਲਾਂ ਦੇ ਹਾਰ ਗਲ 'ਚ ਪਵਾ ਲੈਂਦਾ, ਸਭ ਕੁਛ ਹੁੰਦਾ ਜਿਸ ਤਰ੍ਹਾਂ ਬਰਾਤ ਜਾਂਦੀ ਹੈ। ਉਸ ਤੋਂ ਵੀ ਜ਼ਿਆਦਾ, ਬਹੁਤ 10 ਗੁਣਾ ਨਹੀਂ 100 ਗੁਣਾ ਜ਼ਿਆਦਾ ਹੁੰਦਾ ਇਹ ਸਭ ਕੁਛ ਹੋ ਰਿਹਾ ਹੁੰਦਾ। ਸਿਰਫ ਇੱਕ ਕੱਪੜੇ ਉਹੀ ਪਾ ਕੇ ਰੱਖਣੇ ਆ, ਲੁੰਗੀ ਲਾਈ ਹੈ ਜਾਂ ਕੁੜਤਾ ਪਜਾਮਾ ਪਾਇਆ ਹੈ ਜਾਂ ਕੋਈ ਸਪੈਸ਼ਲ ਕੱਪੜੇ ਪਾਏ। ਰਹਿਦਾਸ ਸਾਹਿਬ ਜੀ ਉਸ ਭਗਤੀ ਨੂੰ ਵੀ, ਸਾਡੇ ਬਾਬਾ ਬੁੱਲੇ ਸ਼ਾਹ ਸੁਲਤਾਨ ਬਾਹੂ ਜੀ ਉਸ ਨੂੰ ਵੀ ਲੱਤ ਮਾਰਦੇ ਨੇ ਕਿ ਪਹਿਰਾਵਾ ਪਾ ਕੇ ਕਿਤੇ ਬੈਠ ਜਾਣੇ ਨੂੰ ਵੀ ਭਗਤੀ ਨਹੀਂ ਕਹਿੰਦੇ। ਇਹ ਤਾਂ ਭੇਸ ਬਣਾ ਲਿਆ। ਤੁਸੀਂ ਬਾਕੀ ਸਾਰੀਆਂ ਚੀਜ਼ਾਂ ਇਸਤੇਮਾਲ ਕਰਦੇ ਹੋ ਜੋ ਨਵੀਆਂ ਅੱਜ ਦੁਨੀਆ ਦੇ ਵਿੱਚ ਆ ਗਈਆਂ ਨੇ, ਜੋ ਆਮ ਇਨਸਾਨ ਵੀ ਯੂਜ਼ ਕਰਦਾ ਹੈ, ਤੁਸੀਂ ਵੀ ਕਰਦੇ ਹੋ। ਫਿਰ ਕੱਪੜੇ ਕਿਉਂ ਨਹੀਂ ਬਦਲ ਸਕਦੇ? ਕੱਪੜੇ ਵੀ ਅੱਜ ਕੱਲ੍ਹ ਬਹੁਤ ਸੀਣੇ ਆ ਗਏ ਆ, ਵਧੀਆ ਵਧੀਆ ਆ ਗਏ ਆ। ਉਸ ਟਾਈਮ ਉਹਨਾਂ ਦੇ ਕੋਲ ਉਹ ਸਭ ਸਹੂਲਤਾਂ ਨਹੀਂ ਸੀ। ਉਸ ਟਾਈਮ ਕੋਈ ਕੱਪੜੇ ਇਸ ਤਰ੍ਹਾਂ ਦੇ ਨਹੀਂ ਸੀਂਦਾ ਸੀ। ਸਿਰਫ ਕੱਪੜਾ ਫੜ ਕੇ ਉਹਨੂੰ ਲੁੰਗੀ ਦੇ ਨਾਲ ਲਾ ਲੈਂਦੇ ਸੀ, ਕੱਪੜਾ ਫੜ ਕੇ ਸਿਰਫ ਸਿਰ 'ਤੇ ਘੁਮਾ ਲੈਂਦੇ ਸੀ, ਕੱਪੜਾ ਫੜ ਕੇ ਗਲ ਦੇ ਵਿੱਚ ਪਾ ਲੈਂਦੇ ਸੀ, ਕਿਉਂਕਿ ਕੋਈ ਸੀਣ ਦਾ ਇੰਨਾ ਸਾਧਨ ਨਹੀਂ ਸੀ ਜਿੱਦਾਂ ਅੱਜ। ਉਹ ਤਾਂ ਇਸ ਕਰਕੇ ਕਰਦੇ ਸੀ, ਉਸ ਟਾਈਮ ਦੇ ਹਿਸਾਬ ਨਾਲ ਉਹਦੇ ਕੱਪੜੇ ਸੀ ਉਹਨਾਂ ਦੇ। ਲੇਕਿਨ ਅੱਜ ਦਾ ਸਾਧੂ ਠੰਡ ਦੇ ਵਿੱਚ ਵੀ ਕੁੜਤਾ ਪਜਾਮਾ ਪਾ ਕੇ ਘੁੰਮਦਾ। ਨਹੀਂ ਘੁੰਮੇਗਾ ਤਾਂ ਉਹਨੂੰ ਸਾਧੂ ਕੌਣ ਕਹੇਗਾ? ਇਸ ਸਭ ਨੂੰ ਸਾਡੇ ਸੰਤ ਭਗਤੀ ਨਹੀਂ ਕਹਿੰਦੇ, ਸਹਿਜ ਹੋਣੇ ਨੂੰ ਭਗਤੀ ਕਹਿ ਰਹੇ ਨੇ। ਅਸਲੀ ਸਰੂਪ 'ਚ ਆ ਜਾ, ਅਸਲੀ ਹੋ ਜਾ, ਇੱਕ ਹੋ ਜਾ ਅੰਦਰ ਬਾਹਰ। ਅਸੀਂ ਕਿਸੇ ਨੂੰ ਰੂਪ ਬਣਾ ਕੇ ਨਹੀਂ ਦਿਖਾਣਾ ਅਸੀਂ ਕੌਣ ਆ। ਜਿੰਨੀਆਂ ਵੀ ਅਸੀਂ ਤਸਵੀਰਾਂ ਬਣਾਈਆਂ ਆਪਣੀ ਮਰਜ਼ੀ ਨਾਲ ਬਣਾਈਆਂ ਨੇ, ਉਹਨਾਂ ਦੀਆਂ ਤਸਵੀਰਾਂ ਅਸਲੀ ਨਹੀਂ ਹੈ। ਅਸੀਂ ਉਹਨਾਂ ਨੂੰ ਇਸ ਤਰ੍ਹਾਂ ਕੱਪੜਾ ਪਹਿਨਾ ਦਿੱਤਾ ਕਿ ਸਾਧੂ ਕਿਸ ਤਰ੍ਹਾਂ ਦਾ ਹੁੰਦਾ, ਉਸਦੀ ਕਾਪੀ ਅਸੀਂ ਕਰਦੇ ਪਏ ਹਾਂ। ਔਰ ਸਾਡੇ ਮਨ 'ਚ ਛਵੀ ਛਪ ਗਈ ਆ ਕਿ ਸੰਤ ਸਾਧੂ ਇਸ ਤਰ੍ਹਾਂ ਦਾ ਹੁੰਦਾ। ਭਾਵੇਂ ਗੱਲਾਂ ਉਹ ਜਿਸ ਤਰ੍ਹਾਂ ਦੀ ਮਰਜ਼ੀ ਕਰੇ, ਬਾਕੀ ਸਭ ਕੁਝ ਜੋ ਮਰਜ਼ੀ ਕਰੇ, ਬੈਂਡ ਬਾਜੇ ਵਜਾਵੇ, ਵਿਆਹਾਂ ਦੀ ਤਰ੍ਹਾਂ ਫੁੱਲ ਸੁੱਟੇ, ਹੈਲੀਕਾਪਟਰ ਤੋਂ ਹੈਲੀਕਾਪਟਰ 'ਚ ਆਵੇ ਜਾਵੇ, ਬਾਕੀ ਸਭ ਕੁਝ ਉਹ ਕਰੇ,
ਘੜੀ ਲਾਵੇ, ਵੀਡੀਓ ਬਣਵਾਉਣ, ਹੈਪੀ ਬਰਥਡੇ ਕਰਨ, ਜਨਮ ਦਿਨ ਮਨਾਉਣ, ਕੇਕ ਕੱਟਣ, ਸਭ ਕੁਝ ਕਰਨ। ਪੈਸੇ ਦਾ ਖੁੱਲ੍ਹੇਆਮ ਸ਼ਰੇਆਮ ਸੁੱਟਣਾ, ਸੋਨੇ ਚਾਂਦੀ ਦੇ ਭਵਨ ਬਣਾਉਣਾ, ਉਹ ਸਭ ਕੁਝ ਕਰੇ, ਸਿਰਫ ਇੱਕ ਕੱਪੜੇ ਨਹੀਂ ਬਦਲਨੇ। ਇਹ ਸਾਰੇ ਕਾਸੀ ਨੂੰ ਸਾਡੇ ਸੰਤ ਨਕਾਰਦੇ ਨੇ, ਹਰ ਧਰਮ ਦੇ। ਅਤੇ ਸਾਡੇ ਰਹਿਦਾਸ ਸਾਹਿਬ ਜੀ ਅੱਗੇ ਜਾ ਕੇ ਕਹਿ ਰਹੇ ਨੇ, ਭਗਤੀ ਨਾ ਇੰਦਰੀ ਬਾਂਧੇ, ਭਗਤੀ ਨਾ ਜੋਗ ਸਾਧੇ, ਭਗਤੀ ਨਾ ਆਹਾਰ ਘਟਾਏ, ਇਹ ਸਭ ਕਰਮ ਕਹਾਏ। ਕਿ ਭਗਤ ਆਪਣੀਆਂ ਇੰਦਰੀਆਂ 'ਤੇ ਕੋਈ ਬੰਦਿਸ਼ ਨਹੀਂ ਲਾਉਂਦਾ, ਭਗਤ ਆਪਣੇ ਯੋਗ ਨਹੀਂ ਸਾਧਦਾ, ਜਿਹੜੇ ਬੈਠ ਕੇ ਯੋਗ ਕਰਦੇ ਆ, ਜਿਹਨਾਂ ਨੂੰ ਮੈਡੀਟੇਸ਼ਨ ਅੱਜ ਕੱਲ੍ਹ ਕਹਿੰਦੇ ਆ। ਉਹ ਬਾਜ਼ਾਰ ਬਹੁਤ ਚੱਲਿਆ, ਸਾਡੇ ਰਹਿਦਾਸ ਸਾਹਿਬ ਜੀ ਉਸ ਨੂੰ ਵੀ ਨਕਾਰ ਦਿੰਦੇ ਨੇ। ਲੋਕਾਂ ਨੇ ਮੈਡੀਟੇਸ਼ਨ ਬਣਾਇਆ ਅੱਜ ਕੱਲ੍ਹ, ਯੋਗ ਸਾਧਦੇ ਆ। ਭਗਤੀ ਨਾ ਆਹਾਰ ਘਟਾਏ, ਕਿ ਭਗਤੀ ਆ ਖਾਣਾ, ਆ ਨਹੀਂ ਖਾਣਾ, ਉਹ ਪੀਣਾ, ਉਹ ਨਹੀਂ ਪੀਣਾ, ਇਹ ਸਭ ਨਹੀਂ ਕਹਿ ਰਹੇ। ਇਹ ਸਭ ਕਰਮ ਕਹਾਏ, ਇਹ ਸਾਰਾ ਕਰਮ ਕਾਂਡ ਆ। ਕਹਿੰਦਾ ਚੋਇਸ ਕਰਨੀ, ਸਭ ਕੁਛ ਜੇ ਕਰਨਾ, ਇਹ ਸਾਰੇ ਕਰਮ ਆ। ਕਿੰਨਾ ਆਸਾਨ ਢੰਗ ਨਾਲ ਤੁਹਾਨੂੰ ਸਮਝਾ ਰਹੇ ਹੋ, ਔਰ ਇਨਸਾਨ ਇਹਦੇ ਵਿੱਚ ਹੀ ਫਸਿਆ ਪਿਆ ਹੈ। ਸ਼ਾਦੀ ਨਹੀਂ ਕਰਾਉਂਦੇ ਕਿਉਂਕਿ ਇੰਦਰੀਆਂ ਬੰਦ ਲਈਆਂ, ਯੋਗ ਸਾਧਦੇ ਆ, ਜੋਗੀ ਬਣ ਗਏ, ਸਪੈਸ਼ਲ ਕੱਪੜੇ ਪਾ ਕੇ। ਕਈ ਤਾਂ ਬੈਠ ਕੇ ਇੱਕ ਤਰ੍ਹਾਂ ਦੇ ਯੋਗ ਕਰਦੇ ਆ, ਹੈ ਸਭ ਨੂੰ ਨਕਾਰ ਰਹੇ ਨੇ। ਕਿ ਕਈ ਕਹਿੰਦੇ ਅਸੀਂ ਸਿਰਫ ਦੁੱਧ ਹੀ ਪੀਂਦੇ ਹਾਂ, ਫਲ ਹੀ ਖਾਂਦੇ ਹਾਂ, ਅਸੀਂ ਆਹੀ ਕਰਦੇ ਹਾਂ, ਆਹ ਕਰਦੇ ਹਾਂ, ਉਹ ਵੀ। ਅਤੇ ਉਹ ਸਭ ਨੂੰ ਕੁਛ ਨੂੰ ਨਕਾਰ ਰਹੇ ਨੇ। ਸਾਨੂੰ ਅੱਜ ਕੱਲ੍ਹ ਦੇ ਸਾਧੂ ਸੰਤ ਸਾਨੂੰ ਦਮਨ ਕਰਨਾ ਸਿਖਾਉਂਦੇ ਨੇ। ਇਹਨੂੰ ਦਮਨ ਕਹਿੰਦੇ, ਅੰਦਰੀਆਂ 'ਤੇ ਦਮਨ ਕਰਨਾ, ਆਪਣੇ ਆਹਾਰ 'ਤੇ, ਖਾਣੇ ਪੀਣੇ 'ਤੇ ਦਮਨ ਕਰਨਾ ਹੈ, ਰੋਕਣਾ ਉਹਨੂੰ ਕਿ ਮੈਂ ਇੱਦਾਂ ਨਹੀਂ ਕਰਨਾ, ਮੈਂ ਆਪਣੀ ਇੰਦਰੀਆਂ ਨੂੰ ਰੋਕਣਾ ਹੈ। ਉਹ ਕਹਿੰਦੇ ਇਹ ਸਭ ਦੀ ਲੋੜ ਨਹੀਂ ਪੈਂਦੀ। ਜਿੱਥੇ ਹੋਸ਼ ਆ ਜਾਂਦਾ, ਜਿੱਥੇ ਜਾਗਰੂਕ ਹੋ ਜਾਂਦਾ ਬੰਦਾ, ਜਿੱਥੇ ਸਮਝ ਆ ਗਈ, ਉੱਥੇ ਗਲਤੀ ਕਰ ਹੀ ਨਹੀਂ ਸਕਦਾ ਬੰਦਾ। ਕਿਸੇ ਚੀਜ਼ ਤੋਂ ਜਿੰਨਾ ਮਨ ਨੂੰ ਤੁਸੀਂ ਰੋਕੋਗੇ ਕਿਸੇ ਜਗ੍ਹਾ ਤੋਂ, ਉਨਾ ਹੀ ਤੁਸੀਂ ਮਨ ਉੱਥੇ ਜਾਣਾ ਚਾਹੁੰਦਾ। ਉਹ ਕਹਿੰਦਾ ਰੋਕਣ ਦੀ ਲੋੜ ਹੀ ਨਹੀਂ, ਸਿਰਫ ਸਮਝਾਉਣ ਦੀ ਲੋੜ ਆ, ਸਮਝਣ ਦੀ ਲੋੜ ਆ। ਉਹ ਸਮਝਣਾ ਅਸੀਂ ਕਦੀ ਨਹੀਂ ਜਾਂਦੇ। ਜੋ ਸਮਝਾਏਗਾ ਉਹ ਬੁਰਾ ਬਣੇਗਾ, ਉਹਦੀ ਗੱਲ ਨਹੀਂ ਦੁਨੀਆ ਸੁਣਨਾ ਨਹੀਂ ਚਾਹੁੰਦੇ। ਮੈਂ ਮੰਦਰਾਂ ਗੁਰਦੁਆਰਿਆਂ 'ਚ ਵੀ ਜਾ ਕੇ ਇਹ ਗੱਲਾਂ ਦੱਸਣੀਆਂ ਚਾਹੀਆਂ, ਕੋਸ਼ਿਸ਼ ਕੀਤੀ। ਪਹਿਲੀ ਵੀ ਕੋਸ਼ਿਸ਼ ਮੇਰੀ ਇਹੀ ਸੀ। ਜਦੋਂ ਸਮਝ ਆਈਆਂ ਗੱਲਾਂ, ਗੁਰਦੁਆਰਿਆਂ 'ਚ ਵੀ ਗਈ ਮੈਂ, ਮੰਦਰਾਂ 'ਚ ਵੀ ਗਈ। ਨਾਨਕ ਵਾਲੇ ਕਹਿੰਦੇ ਅਸੀਂ ਨਾਨਕ ਦੀ ਵੀ ਨਹੀਂ ਮੰਨਦੇ, ਔਰ ਦੂਸਰੇ ਕਹਿੰਦੇ, ਰਹਿਦਾਸ ਸਾਹਿਬ ਵਾਲੇ ਕਹਿੰਦੇ ਸੱਚ ਨਹੀਂ ਸੁਣ ਸਕਦੇ। ਹਰ ਧਰਮ ਦਾ ਡੇਰਾ, ਮੰਦਰ, ਗੁਰਦੁਆਰਾ ਸਿਰਫ ਆਪਣੇ ਦੀ ਪ੍ਰਸ਼ੰਸਾ ਸੁਣਨਾ ਚਾਹੁੰਦਾ। ਉਹ ਸਿਰਫ ਉਹਨਾਂ ਦਾ ਗਿਆਨ ਵੀ ਨਹੀਂ ਸੁਣਨਾ ਚਾਹੁੰਦਾ ਜੋ ਕਹਿ ਰਹੇ ਨੇ, ਸਿਰਫ ਉਹਦੀ ਪ੍ਰਸ਼ੰਸਾ ਸੁਣਨਾ ਚਾਹੁੰਦਾ, ਤਾਰੀਫ ਸੁਣਨਾ ਚਾਹੁੰਦਾ। ਜੋ ਤਾਰੀਫ ਕਰੇਗਾ, ਕਿਤੇ ਕਿਸੇ ਨੇ ਦੋ ਬੋਲ ਤਾਰੀਫ ਦੇ ਕਹਿ ਦਿੱਤੇ ਹੋਣ, ਉਹ ਮੀਡੀਆ 'ਤੇ ਕਿਸ ਤਰ੍ਹਾਂ ਵਾਇਰਲ ਹੋ ਜਾਂਦੇ ਆ ਕਿ ਕਿਸੇ ਨੇ ਮੇਰੇ ਸੰਤ ਦੀ ਤਾਰੀਫ ਕੀਤੀ ਆ। ਜਿੱਦਾਂ ਕਿਤੇ ਉਹ ਤਾਰੀਫ ਦਾ ਭੁੱਖਾ ਹੁੰਦਾ ਤੁਹਾਡੀ ਦਾ, ਜੋ ਹੈ ਹੀ ਇੱਥੇ ਆ, ਉਹਨੂੰ ਤੁਸੀਂ ਖਿੱਚ ਕੇ ਉੱਪਰ ਕਰੋ ਜਾਂ ਥੱਲੇ ਕਰੋ, ਕੀ ਫ਼ਰਕ ਪੈਂਦਾ? ਮੂਰਖ ਕਰ ਵੀ ਦੇਣ ਕੀ ਫ਼ਰਕ ਪੈਂਦਾ? ਤੁਸੀਂ ਉਹਦੇ 'ਤੇ ਚਿੱਕੜ ਉਛਾਲ ਵੀ ਦਿਓ, ਉਹਨੂੰ ਕੋਈ ਫ਼ਰਕ ਨਹੀਂ ਪੈਂਦਾ। ਉਹਦੀ ਸ਼ਾਨ 'ਚ, ਉਹਦੀ ਸਮਝ 'ਚ, ਉਹਦੇ ਬੋਧ 'ਚ, ਉਹਦੇ ਆਤਮ ਗਿਆਨ 'ਚ ਕੋਈ ਫ਼ਰਕ ਨਹੀਂ ਪੈਂਦਾ। ਤੁਸੀਂ ਉਸਨੂੰ ਭਗਤ ਕਹੋ, ਤੁਸੀਂ ਉਸਨੂੰ ਗੁਰੂ ਕਹੋ, ਤੁਸੀਂ ਉਸਨੂੰ ਕਿਸੇ ਜਾਤੀ ਦਾ ਕਹੋ, ਕੋਈ ਫ਼ਰਕ ਨਹੀਂ ਪੈਂਦਾ। ਉਹ ਇਹਨਾਂ ਤੋਂ ਪਾਰ ਨੇ। ਤੁਸੀਂ ਉਸਦੇ ਸਿਰ 'ਤੇ ਪਗੜੀ ਰੱਖੋ, ਉਸਦਾ ਸਿਰ ਨੰਗਾ ਕਰ ਦਿਓ, ਕਹਿੰਦੇ ਅਸੀਂ ਦੇਹ ਪਾਪ ਤੋਂ ਉੱਪਰ ਹਾਂ, ਅਸੀਂ ਦੇਹ ਸਮਝਦੇ ਹੀ ਨਹੀਂ ਆਪਣੇ ਆਪ। ਕਦੀ ਪੜ੍ਹੋ ਆਪਣੇ ਸੰਤਾਂ ਨੂੰ, ਆਪਣੇ ਸੂਫੀਆਂ ਨੂੰ, ਉੱਚ ਕੋਟੀ ਦੇ ਗ੍ਰੰਥਾਂ ਨੂੰ ਪੜ੍ਹੋ, ਉਪਨਿਸ਼ਦਾਂ ਨੂੰ ਪੜ੍ਹੋ, ਵੇਦਾਂਤ ਨੂੰ ਪੜ੍ਹੋ, ਗੀਤਾ ਨੂੰ ਪੜ੍ਹੋ। ਤੁਹਾਨੂੰ ਸਾਫ਼ ਉੱਥੇ ਲਿਖਿਆ ਕਿ ਅਸੀਂ ਦੇਹ ਹੈ ਹੀ ਨਹੀਂ। ਦੇਹ ਨੂੰ, ਸਰੀਰ ਨੂੰ ਚਾਹੀਦੇ ਹੁੰਦੇ ਇੰਦਰੀਆਂ ਨੂੰ ਬੰਨ੍ਹਣਾ, ਯੋਗ ਸਾਧਨਾ, ਸਪੈਸ਼ਲ ਕੱਪੜੇ ਪਾਉਣੇ, ਸਿਰ ਢਕਣਾ ਜਾਂ ਨਹੀਂ ਢਕਣਾ, ਇਹ ਦੇਹ ਦੇ ਕੰਮ ਆ। ਕਹਿੰਦੇ ਅਸੀਂ ਦੇਹ ਦੀ ਗੱਲ ਹੀ ਨਹੀਂ ਕਰਦੇ, ਸਾਡੇ ਸੰਤ ਸੂਫੀ ਦੇਹ ਦੀ ਗੱਲ ਨਹੀਂ ਕਰਦੇ। ਤਾਂ ਹੀ ਉਹ ਕਹਿ ਰਹੇ ਨੇ ਕਿ ਭਗਤ ਨਾ ਇੰਦਰੀ ਬਾਂਧੇ, ਵੀ ਭਗਤ ਨਾ ਯੋਗ ਸਾਧੇ, ਭਗਤ ਨਾ ਆਹਾਰ ਘਟਾਵੇ, ਹੈ ਭਗਤ ਇਹ ਸਭ ਨਹੀਂ ਕਰਦਾ। ਰਹਿਦਾਸ ਸਾਹਿਬ ਕਹਿੰਦੇ ਭਗਤੀ ਕੋਈ ਹੱਸੀ ਮਜ਼ਾਕ ਥੋੜ੍ਹੀ ਆ, ਮਨੋਰੰਜਨ ਥੋੜ੍ਹੀ ਆ। ਸਾਨੂੰ ਸਿਖਾਇਆ ਜਾਂਦਾ ਕਿ ਆਪਣੇ ਮਨ ਨੂੰ ਬੰਦੋ, ਵਿਆਹ ਨਾ ਕਰਾਓ, ਕਿਸੇ ਡੇਰੇ 'ਚ ਜਾ ਕੇ ਬੈਠ ਜਾਓ, ਕਿਸੇ ਫਰਾਓ ਦੇ ਕੋਲ, ਜਿੱਦਾਂ ਕਿਸੇ ਜਨਾਨੀ ਦੇ ਕੋਲ ਨਹੀਂ ਬੈਠਣਾ। ਇਹ ਮੰਦਰਾਂ ਗੁਰਦੁਆਰਿਆਂ 'ਚ ਜਨਾਨੀਆਂ ਇੱਕ ਤਰਫ ਬੈਠਦੀਆਂ ਔਰ ਮਰਦ ਇੱਕ ਤਰਫ ਬੈਠਦੇ ਆ। ਇੱਥੋਂ ਪਤਾ ਲੱਗ ਜਾਂਦਾ ਕਿ ਹਜੇ ਸਮਝ, ਜਿਹੜੇ ਉੱਥੇ ਸਪੀਚ ਦੇ ਰਹੇ ਨੇ ਜਾਂ ਉਹ ਬਾਬੇ ਬਣ ਕੇ ਬੈਠੇ ਨੇ, ਉਹਨਾਂ ਨੂੰ ਆਪਣੀ ਬਾਣੀ ਦੀ ਸਮਝ ਹੀ ਨਹੀਂ ਹੈਗੀ। ਸਾਡੇ ਸੰਤ
ਚੇਤਨਾ ਦੀ ਗੱਲ ਕਰਦੇ ਨੇ, ਮਨ ਦੀ ਗੱਲ ਕਰਦੇ ਨੇ, ਆਤਮ ਸਰੂਪ ਦੀ ਗੱਲ ਕਰਦੇ ਨੇ, ਆਤਮ ਗਿਆਨ ਦੀ ਗੱਲ ਕਰਦੇ ਨੇ, ਬੋਧ ਜਗਾਉਣੇ ਦੀ ਗੱਲ ਕਰਦੇ। ਜਿੱਥੇ ਬੋਧ ਆ ਗਿਆ ਉੱਥੇ ਪਰਮ ਮਿਟ ਜਾਂਦੇ ਕਿ ਕੌਣ ਜਨਾਨੀ ਹੈ, ਕੌਣ ਬੰਦਾ ਹੈ ਲਿੰਗ ਭੁੱਲ ਜਾਂਦੇ ਨੇ, ਉੱਥੇ ਇੱਕ ਦੇ ਭਾਵ 'ਚ ਆ ਜਾਂਦਾ। ਇਸੇ ਕਰਕੇ ਉਹ ਅਲੱਗ ਬਿਠਾਇਆ ਜਾਂਦਾ ਉੱਥੇ, ਕਿਉਂਕਿ ਸਮਝ ਹੈ ਨਹੀਂ ਸਾਡੇ ਸੰਤਾਂ ਦਾ ਗਿਆਨ ਨੂੰ ਨਹੀਂ ਕਿਸੇ ਨੇ ਸਮਝਿਆ। ਉਹਨਾਂ ਦੇ ਬਿਲਕੁਲ ਵਿਪਰੀਤ ਕਰ ਰਹੇ ਅਸੀਂ ਇਹਨਾਂ ਧਾਰਮਿਕ ਸਥਾਨਾਂ ਜੋ ਵੀ ਕਰ ਰਹੇ, ਦੇਖ ਕੇ ਬੜੀ ਹੈਰਾਨੀ ਆਉਂਦੀ ਮੈਨੂੰ। ਜਿੱਦਾਂ ਤੁਸੀਂ ਹੋਸ਼ 'ਚ ਆ ਜਾਓਗੇ ਇਹਨਾਂ ਧਾਰਮਿਕ ਸਥਾਨਾਂ 'ਤੇ ਇੱਕ ਪਲ ਨਹੀਂ ਟਿਕ ਰਹੋਗੇ, ਇੱਕ ਪਲ ਵੀ ਬੈਠ ਨਹੀਂ ਪਾਓਗੇ, ਮੇਰੀ ਸ਼ਰਤ। ਤਾਂ ਹੀ ਸਾਡੇ ਸੰਤਾਂ ਨੇ ਕਿਹਾ ਕਿ ਉੱਥੇ ਚੋਰ ਬਜ਼ਾਰੀ ਲੱਗੀ ਹੋਈ, ਉੱਥੇ ਠੱਗ ਬੈਠੇ ਨੇ, ਰੋਬਦਾਰ ਬੈਠੇ ਨੇ ਦਰਵਾਜ਼ੇ 'ਤੇ, ਕਿ ਉੱਥੇ ਇੱਕ ਸੱਚੇ ਦੇ ਲਈ ਕੋਈ ਐਂਟਰੀ ਨਹੀਂ ਕਿ ਉਹ ਬੋਲ ਸਕੇ ਉੱਥੇ ਜਾ ਕੇ। ਉੱਥੇ ਉਹਨਾਂ ਦੇ ਸੰਤ ਦੀ, ਉਹਨਾਂ ਦੇ ਹੀ ਗੁਰੂ ਦੀ ਕੋਈ ਵਿਆਖਿਆ ਕਰ ਸਕੇ, ਉਹ ਵੀ ਨਹੀਂ ਕਰ ਸਕਦਾ, ਕਿਉਂਕਿ ਉਹ ਉਹਨਾਂ ਦੇ ਵਿਪਰੀਤ ਖੜੇ ਨੇ। ਕਹਿੰਦੇ ਨੂੰ ਕਹਿ ਰਹੇ ਕਿ ਅਸੀਂ ਸਾਡਾ ਗੁਰੂ ਆ, ਸਾਡਾ ਪਿਓ ਆ, ਸਾਡਾ ਇਹ, ਪਰ ਖੜੇ ਉਹਨਾਂ ਦੇ ਵਿਪਰੀਤ ਹੈ। ਔਰ ਜੇ ਕੋਈ ਦੂਸਰਾ ਆ ਜਾਵੇ ਜਿਹੜਾ ਤੁਹਾਨੂੰ ਕਹੇ ਕਿ ਤੁਸੀਂ ਬਿਲਕੁਲ ਵਿਪਰੀਤ ਹੋ ਉਸਦੇ, ਇਸ ਬਾਣੀ ਵਿੱਚ ਨਹੀਂ ਲਿਖਿਆ ਕੁਝ ਵੀ ਇਸ ਤਰ੍ਹਾਂ, ਕਿਉਂ ਪੁੱਛਦੇ ਹੋ ਇਸ ਨੂੰ? ਜਦ ਤੁਸੀਂ ਇਸ ਦੇ ਅਕੋਰਡਿੰਗ ਨਹੀਂ ਚੱਲਦੇ ਤੇ ਕੌਣ ਤੁਹਾਨੂੰ ਕਬੂਲ ਕਰੇਗਾ ਉੱਥੇ? ਕਾਸ਼ ਇਹਨਾਂ ਗੁਰਦੁਆਰਿਆਂ, ਇਹਨਾਂ ਮੰਦਰਾਂ 'ਚ, ਇਹਨਾਂ ਮਸਜਿਦਾਂ 'ਚ, ਇਹਨਾਂ ਧਾਰਮਿਕ ਸਥਾਨਾਂ 'ਤੇ ਕੋਈ ਸਾਨੂੰ ਇਸ ਤਰ੍ਹਾਂ ਦਾ ਮਿਲ ਜਾਏ ਕਿ ਉਹਨਾਂ ਦੀ ਰੀਅਲ ਵਿਆਖਿਆ ਕਰਕੇ ਸਮਝਾਵੇ, ਸਾਨੂੰ ਆਤਮ ਗਿਆਨੀ ਬਣਾ ਦੇਵੇ, ਸਾਨੂੰ ਬੋਧਵਾਨ ਬਣਾ ਦੇ। ਅਤੇ ਦੁਨੀਆ 'ਚ ਇਹ ਝਗੜੇ ਖਤਮ ਹੋ ਜਾਣ। ਜਿਸ ਤਰ੍ਹਾਂ ਗੰਦਗੀ ਚਿੱਕੜ ਉਛਾਲ ਰਹੀ ਹੈ ਉਹਨਾਂ ਦੇ ਭਗਤਾਂ 'ਤੇ, ਉਹਨਾਂ ਦੇ ਸੰਤਾਂ 'ਤੇ, ਉਹਨਾਂ ਦੇ ਸੂਫੀਆਂ ਦੇ ਉੱਤੇ, ਉਹ ਉਹਨਾਂ 'ਤੇ ਕਬਜ਼ਾ ਕਰਕੇ ਬੈਠੇ ਨੇ। ਗੰਦਗੀ ਸਫਾਈ ਦੇ ਉੱਤੇ ਕਬਜ਼ਾ ਕਰਕੇ ਬੈਠੀ ਹੈ। ਇੱਕ ਬੋਧਵਾਨ ਇਨਸਾਨ 'ਤੇ, ਮੂਰਖ ਇੱਕ ਬੋਧਵਾਨ ਇਨਸਾਨ 'ਤੇ ਕਬਜ਼ਾ ਕਰਕੇ ਬੈਠਾ। ਇਸ ਤਰ੍ਹਾਂ ਕਹੂੰਗੀ, ਉਹ ਸ਼ੋਰ ਮਚਾ ਰਹੇ ਨੇ। ਜੋ ਜਾਣ ਗਿਆ ਉਹ ਸ਼ੋਰ ਨਹੀਂ ਮਚਾਉਂਦਾ।